ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਨਾਜ਼ਰੀਨ, ਅਸੀਂ ਤੁਹਾਨੂੰ ਪਾਕਿਸਤਾਨ ਦੇ ਕਿਸੇ ਵੀ ਸ਼ਹਿਰ ਦੇ ਵਿੱਚ, ਚਾਹੇ ਕੋਈ ਕਿਹੜਾ ਵੀ ਸ਼ਹਿਰ ਹੋਵੇ, ਅਸੀਂ ਤੁਹਾਨੂੰ ਪੁਰਾਣਾ ਵਿਰਸਾ ਦਿਖਾਉਂਦੇ ਹਾਂ। ਅੱਜ ਅਸੀਂ ਆਪਣੇ ਸ਼ਹਿਰ ਚੀਚਾ ਵਤਨੀ ਦੇ ਵਿੱਚ ਹੀ, ਕਿਉਂਕਿ ਅਸੀਂ ਬਾਹਰਲੇ ਸ਼ਹਿਰਾਂ ਦੇ ਵਿੱਚ ਜਾਂਦੇ ਹਾਂ, ਜ਼ਿਆਦਾ ਵਿਰਸਾ ਜਿਹੜਾ ਹੈ ਤੁਹਾਨੂੰ ਉੱਥੇ ਦਿਖਾਉਂਦੇ ਹਾਂ। ਪੁਰਾਣੀਆਂ ਇਮਾਰਤਾਂ, ਪੁਰਾਣੇ ਗੁਰਦੁਆਰੇ, ਪੁਰਾਣੇ ਮੰਦਿਰ, ਜਿਨ੍ਹਾਂ ਦੇ ਵਿੱਚ ਕਿਸੇ ਵਕਤ 1947 ਦੇ ਪਹਿਲੇ ਵਕਤਾਂ ਦੇ ਵਿੱਚ ਇਹ ਜਿਹੜੇ ਹਿੰਦੂ, ਸਿੱਖ, ਮੁਸਲਮਾਨ, ਖੱਤਰੀ, ਅਸੀਂ ਲੋਕ ਸਾਰੇ ਹੀ ਇੱਥੇ ਇਕੱਠੇ ਰਹਿੰਦੇ ਸੀ। ਕਿਸੇ ਵਕਤ ਸਾਡਾ ਜਿਹੜਾ ਹੈ ਭਾਈਚਾਰਾ, ਕਿਸੇ ਵਕਤ ਭਰਾ ਬੱਦੀ ਰਲ ਕੇ ਚਾਵਾਂ ਪੀਣੀਆਂ, ਰਲ ਕੇ ਅਸੀਂ ਛਾਵਾਂ ਥੱਲੇ ਬਹਿਣਾ, ਪਿੱਪਲਾਂ ਦੀਆਂ ਛਾਵਾਂ ਥੱਲੇ, ਔਰ ਯਾਨੀ ਕਿ ਵਣਾਂ ਦੀਆਂ ਛਾਵਾਂ ਥੱਲੇ, ਔਰ ਉਸ ਤੋਂ ਬਾਅਦ ਬੋੜਾਂ ਦੀਆਂ ਛਾਵਾਂ ਥੱਲੇ। ਲੇਕਿਨ ਐਸਾ ਵਕਤ ਆਇਆ ਕਿ ਉਹਨਾਂ ਨੂੰ ਆਪਣੇ ਹਿੰਦੁਸਤਾਨ ਜਾਣਾ ਪਿਆ। ਸਾਡੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਆਪਣੇ ਪਾਕਿਸਤਾਨ ਦਾ ਸੋਚਿਆ। ਉਹਨਾਂ ਨੇ ਆਖਿਆ ਕਿ ਸਾਨੂੰ ਜਿਹੜਾ ਮੁਸਲਮਾਨਾਂ ਦਾ ਮੁਲਕ ਚਾਹੀਦਾ ਹੈ, ਉਹ ਮੁਲਕ ਹੈਗਾ ਸੀ ਪਾਕਿਸਤਾਨ। ਉਦੋਂ ਫਿਰ ਨਾਰਾ ਵੱਜਿਆ, ਬਣ ਕੇ ਰਹੇਗਾ ਪਾਕਿਸਤਾਨ, ਲੈ ਕੇ ਰਹੇਂਗੇ ਪਾਕਿਸਤਾਨ। ਮੁਸਲਮਾਨਾਂ ਨੇ ਨਾ ਆਪਣੀ ਜਾਨ ਵੇਖੀ, ਨਾ ਵੇਖਿਆ ਇਹਨਾਂ ਨੇ ਮਾਲ, ਨਾ ਵੇਖੇ ਇਹਨਾਂ ਨੇ ਬੱਚੇ, ਇਹਨਾਂ ਨੇ ਵੇਖਿਆ ਆਉਣ ਵਾਲਾ ਮੁਸਤਕਬਿਲ ਕਿ ਸਾਡੇ ਜਦੋਂ ਮੁਸਲਮਾਨ ਹੋਣਗੇ, ਸਾਡੀਆਂ ਜਿਹੜੀਆਂ ਨਸਲਾਂ ਹੋਣਗੀਆਂ, ਇੱਕ ਰਿਆਸਤ ਆਜ਼ਾਦ ਦੇ ਵਿੱਚ ਜਨਮ ਲੈਣਗੀਆਂ। ਔਰ ਐਸਾ ਹੀ ਹੈਗਾ ਕਿ ਅੱਜ ਅਸੀਂ ਬੈਠੇ ਹੈਗੇ ਆ, ਸਾਨੂੰ ਪਾਕਿਸਤਾਨ ਦੀ ਕਦਰ ਦਾ ਨਹੀਂ ਪਤਾ, ਕਿਉਂਕਿ ਅਸੀਂ ਇੰਨਾ ਕੁਝ ਗਵਾਇਆ ਨਹੀਂ। ਇਹ ਉਹਨਾਂ ਕੋ ਪੁੱਛੋ ਜਿਨ੍ਹਾਂ ਨੇ ਆਪਣੇ ਬੱਚੇ, ਆਪਣੀਆਂ ਔਲਾਦਾਂ, ਜਿਨ੍ਹਾਂ ਨੇ ਜਾਨ, ਜਿਨ੍ਹਾਂ ਨੇ ਮਾਲ, ਆਪਣੀ ਹਰ ਸ਼ਹਿਰ ਛੱਡ ਕੇ ਉੱਥੋਂ ਪੈਦਲ ਚੱਲ ਪਏ, ਕਾਫਲਿਆਂ ਦੀ ਸ਼ਕਲ ਦੇ ਵਿੱਚ ਉੱਥੋਂ ਇਦਾਂ ਕਿ ਚੱਲ ਪਏ। ਉੱਥੇ ਭਰਾਵਾਂ ਦੇ ਨਾਲੋਂ ਭਾਈ ਵਿਛੜ ਗਏ, ਤੇ ਭਾਈਆਂ ਕੋਲੋਂ ਭੈਣਾਂ ਵਿਛੜ ਗਈਆਂ, ਮਾਵਾਂ ਕੋਲੋਂ ਪੁੱਤਰ ਵਿਛੜ ਗਏ, ਤੇ ਖਾਮਦ ਜਿਹੜੇ ਨੇ ਔਰਤਾਂ ਦੇ ਵਿਛੜ ਗਏ, ਜਿਨ੍ਹਾਂ ਦੇ ਸੁਹਾਗ ਜਿਹੜੇ ਨੇ ਉਜੜ ਗਏ। ਉੱਥੇ ਜਦੋਂ ਪਾਕਿਸਤਾਨ ਪਹੁੰਚੇ, ਨਾ ਬੱਚੇ ਸਨ ਕੋਲ, ਤੇ ਨਾ ਕੋਈ ਚੀਜ਼ ਕੋਲ ਹੈਗੀ ਸੀ, ਤੇ ਸਿਰਫ ਇੱਕ ਹੀ ਵਲਵਲਾ ਹੈਗਾ ਸੀ ਕਿ ਪਾਕਿਸਤਾਨ ਲਵਾਂਗੇ। ਲੇਕਿਨ ਅਸੀਂ ਆਜ਼ਾਦ ਤੇ ਹੋ ਗਏ ਹਾਂ। ਉਹਨਾਂ ਦੀਆਂ ਚੀਜ਼ਾਂ, ਜਦੋਂ ਉਹ ਰਹਿੰਦੇ ਸੀ, ਉਹਨਾਂ ਦੀ ਸਕਾਫਤ, ਉਹ ਕਿਵੇਂ ਰਹਿੰਦੇ ਸਨ, ਤੇ ਅੱਜ ਸਾਡੇ ਕੋਲ ਬਲਾਕ ਨੰਬਰ 2 ਚੀਚਾ ਵਤਨੀ ਦੇ ਵਿੱਚ, ਗਲੀ ਨੰਬਰ 6 ਦੇ ਵਿੱਚ ਅਸੀਂ ਇੱਕ ਹਿੰਦੂਆਂ ਦਾ ਪੁਰਾਣਾ ਮੰਦਿਰ ਲੱਭਿਆ, ਜਿੱਥੇ ਅੱਜ ਵਸੋਂ ਮੁਸਲਮਾਨਾਂ ਨੇ ਕਰ ਲਈ ਹੋਈ ਹੈ। ਲੇਕਿਨ ਮੇਰਾ ਕੈਮਰਾਮੈਨ ਤੁਹਾਨੂੰ ਹੁਣ ਜਿਹੜਾ ਹੈ ਅੰਦਰ ਦੇ ਤੇ ਸਾਰੇ ਜਿਹੜੇ ਨੇ ਕਲਿੱਪ ਦਿਖਾਏਗਾ, ਤੇ ਨਾਲ ਜਿਹੜੇ ਉੱਥੇ ਸਾਡੇ ਭਾਈਆਂ ਨੇ ਜਿਨ੍ਹਾਂ ਨੇ ਵਸੋਂ ਕਰ ਲਈ ਹੈ, ਉਹਨਾਂ ਨੂੰ ਸਾਰੀ ਮਾਲੂਮਾਤ ਹੈਗੀ ਹੈ, ਤੇ ਉਹ ਨਾਲੋਂ ਨਾਲ ਤੁਹਾਨੂੰ ਦੱਸਣਗੇ। ਆਓ ਜੀ ਵਿਜ਼ਿਟ ਵੀ ਕਰਾਣੇ। ਅੱਛਾ ਭਾਈ ਜੀ, ਇੱਥੇ ਕੀ ਹੈਗਾ ਸੀ? ਨਾਜ਼ਰੀਨ, ਹੁਣ ਤੁਹਾਨੂੰ ਜਿਹੜਾ ਹੈ ਭਾਈ ਹੋਰੀ ਨਾਲ ਸੂਰਤਿਆਲ ਵੀ ਦੱਸਣਗੇ। ਇਹ ਜਿਹੜੇ ਦਿਲਬਰ ਸੈਨ ਇਹਨਾਂ ਦਾ ਨਾਮ ਆ, ਇਸ ਮੰਦਿਰ ਦੇ ਵਿੱਚ ਰਹਿੰਦੇ ਪਏ, ਤੇ ਮੇਰਾ ਕੈਮਰਾਮੈਨ ਨਾਲ ਤੁਹਾਨੂੰ ਉੱਤੋਂ ਹਰ ਚੀਜ਼ ਉਹਨਾਂ ਦੀ ਸਾਰੀ ਦਿਖਾਏਗਾ। ਅੱਛਾ ਦਿਲਬਰ ਭਾਈ, ਇਹ ਕੀ ਹੈਗਾ ਸੀ ਜੀ ਜਿੰਦੇ ਤੁਸੀਂ ਰਹਿ ਰਹੇ ਹੋ? ਇਹ ਮੰਦਿਰ ਸੀ। ਮੰਦਿਰ ਸੀ ਜੀ? ਹਾਂਜੀ, ਇਹ ਹਿੰਦੂਆਂ ਦਾ ਮੰਦਿਰ ਸੀਗਾ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਉਹਨਾਂ ਦੀ ਇਬਾਦਤਗਾਹ ਸੀ। ਠੀਕ ਹੈ, ਇਹ ਸਾਰਾ ਜਿਹੜਾ, ਇਹ ਸਾਰਾ ਜਿਹੜਾ ਵਾ ਇਹ ਉਹਨਾਂ ਇਹ ਬਰਾਂਦਾ ਸੀ, ਤੇ ਜਿਹੜਾ ਮੇਨ ਜਿਹੜਾ ਸੀਗਾ ਉਹ ਅੰਦਰ ਮੰਦਿਰ ਹੈ ਜੀ। ਹਾਂਜੀ, ਇਹ ਵੀ ਮੰਦਿਰ ਦਾ ਵੈਸੇ ਹਿੱਸਾ ਹੈ ਜਿਹੜਾ। ਹਾਂਜੀ, ਇਹ ਵੀ ਹਿੱਸਾ ਮੰਦਿਰ ਮੇਰਾ ਦਾ। ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਜੀ, ਇਹ ਮੰਦਿਰ ਦੇ ਤੁਸੀਂ ਹਿੱਸੇ ਦੇਖ ਰਹੇ ਹੋ। ਤੇ ਦਿਲਪਰ ਭਾਈ ਇਹ ਜਿਹੜੇ ਇੱਥੇ ਹੁਣ ਰਹਿائش ਆ ਇਸ ਮੰਦਿਰ ਦੇ ਵਿੱਚ, ਤੇ ਤੁਹਾਨੂੰ ਜਿਹੜਾ ਹੈ ਸਾਰਾ ਵਿਜ਼ਿਟ ਕਰਾਵਾਂਗੇ ਜੀ। ਸੋਲਰ ਤੇ ਚੱਲ ਲਓ ਜੀ, ਮੇਰਾ ਕੈਮਰਾਮੈਨ ਤੁਹਾਨੂੰ ਅੰਦਰ ਦਾ ਇਹ ਸਾਰਾ ਜਿਹੜਾ ਉੱਤੋਂ ਦਾ ਹੁਣ ਜਿਹੜਾ ਉਹਨਾਂ ਦਾ ਪੁਰਾਣਾ ਰਹਿਣ ਸਹਿਣ ਜਿਵੇਂ ਮੰਦਿਰ ਸੀ। ਅੱਛਾ ਜੀ, ਇਹ ਕਦੋਂ ਦਾ ਮੰਦਿਰ ਹੈ ਜੀ ਦਿਲਪਰ? ਇਹ 200 ਸਾਲ ਤੋਂ ਬਣਿਆ, ਯਾਨੀ ਕਿ ਪੁਰਾਣਾ ਹੈਗਾ। ਹਾਂਜੀ, ਪੁਰਾਣਾ 200 ਸਾਲ ਪੁਰਾਣਾ ਮੰਦਿਰ ਹੈ। ਅੱਛਾ ਜੀ, ਠੀਕ ਹੈ ਜੀ। ਜੀ, ਅਸੀਂ ਇਹਦੇ ਚ ਰਿਹਾਇਸ਼ ਪਜ਼ੀਰ ਹਾਂ ਕਿ ਜਦੋਂ ਦਾ ਪਾਕਿਸਤਾਨ ਬਣਿਆ ਅਸੀਂ ਉਦੋਂ ਦੇ ਰਿਹਾਇਸ਼ ਪਜ਼ੀਰ ਹਾਂ। ਠੀਕ ਹੈ। ਹਾਂਜੀ, ਯਾਨੀ ਕਿ ਸਾਨੂੰ, ਯਾਨੀ ਕਿ ਸਾਡੇ ਜੇ ਉਧਰ ਦੇ ਉਧਰ ਚਲੇ ਗਏ, ਹਾਂਜੀ, ਅਸੀਂ ਇੱਧਰ ਆ ਗਏ, ਤੇ ਸਾਡੇ ਵੱਡਿਆਂ ਨੂੰ ਇਹ ਮਿਲ ਗਈ ਜਗ੍ਹਾ। ਹਾਂਜੀ, ਵੱਡਿਆਂ ਨੂੰ ਇਹ ਬਜ਼ੁਰਗਾਂ ਨੂੰ ਇਹ ਜਗ੍ਹਾ ਮਿਲ ਗਈ। ਠੀਕ ਹੈ, ਠੀਕ ਹੈ, ਠੀਕ ਹੈ, ਉਦੋਂ ਦੇ ਰਹਿ ਰਹੇ। ਠੀਕ ਹੈ। ਇਹ ਅਸੀਂ ਯਾਨੀ ਕਿ ਇਹਦੇ ਵਿੱਚ ਮਕੀਮ ਹੈਗੇ ਹਾਂ। ਹਾਂਜੀ, ਇਹਦੇ ਚ ਇਹ ਮਹਿਕਮਾ ਕਾਫ ਕੋ ਤਾਂ ਨਹੀਂ? ਹਾਂਜੀ, ਹਾਂਜੀ, ਹੈ ਮਹਿਕਮਾ ਕਾਫ ਤੇ ਇਹ ਯਾਨੀ ਕਿ ਆਪਾਂ ਉਹਦੇ ਇਹ ਰੈਂਟ ਹੀ ਹੋ ਗਿਆ, ਆਪਾਂ ਰੈਂਟ ਤੇ ਬੈਠੇ। ਹਾਂਜੀ, ਮਕੂਲ ਜਾਂ ਰੈਂਟ ਹੋਏਗਾ। ਉਹਨਾਂ ਦੀ ਮਿਹਰਬਾਨੀ ਜੀ ਜੀ, ਮਕੂਲ ਜਾਂ ਰੈਂਟ ਲੈਂਦੇ। ਠੀਕ ਹੈ। ਹਾਂਜੀ, ਤੇ ਇਹ ਕਿੰਨੀ ਕੁ ਜਗ੍ਹਾ ਜੀ ਇਹ ਮੰਦਿਰ, ਇਹ ਜਿਹੜੀ ਜਗ੍ਹਾ ਮੰਦਿਰ ਦੀ? ਇਹ ਹੈ ਕੋਈ 3.5 ਮਰਲੇ ਬਣ ਜਾਂਦੇ। 3.5 ਮਰਲੇ ਬਣ ਜਾਂਦੀ ਮੰਦਿਰ ਦੀ ਜਗ੍ਹਾ? ਹਾਂਜੀ, ਇਹਦੇ ਵਿੱਚ ਮੰਦਿਰ ਪੂਜਾ ਪਾਠ ਕਰਦੇ ਸਨ? ਹਾਂਜੀ, ਆ ਪੂਜਾ ਪਾਠ ਵਾਲੀ ਜਗ੍ਹਾ ਸੀ। ਅੱਛਾ ਜੀ, ਇੱਥੇ ਜਿਹੜਾ ਸੀਗਾ ਉਹ ਪਿਆ ਸੀਗਾ, ਇਹ ਮੂਰਤੀਆਂ ਸੀ ਆਇਆ ਨਿਸ਼ਾਨ ਤੇ? ਮੂਰਤੀ ਜਿਹੜੀ ਮੇਨ ਮੂਰਤੀ ਇੱਥੇ ਪਈ ਸੀਗੀ ਇਸ ਮੰਦਿਰ ਦੇ ਵਿੱਚ? ਹਾਂਜੀ, ਇਸ ਮੰਦਿਰ ਦੇ ਜਿਹਦੀ ਪੂਜਾ ਪਾਠ ਕਰਦੇ ਸਨ? ਹਾਂਜੀ,
ਮੇਨ ਜਿਹੜੀ ਪੂਜਾ ਪਾਠ ਵਾਲੀ ਜਗ੍ਹਾ ਸੀ ਉਹ ਆਹੀ ਸੀ। ਅੱਛਾ ਜਿਹੜੀ ਕਿ ਆਹ ਸਾਰਾ ਕੁਝ ਆ ਤੁਸੀਂ ਦੇਖ ਰਹੇ ਆ, ਅਸੀਂ ਤੇ 3-4 ਵਾਲੀ ਕਲੀ ਕਰ ਲਈ ਇਹਨੂੰ, ਅੱਛਾ ਜੀ ਠੀਕ ਆ, ਕਲੀ ਕੀਤੀ। ਇਸ ਠੀਕ। ਤੋਂ ਪਹਿਲੇ ਇਹ ਜਿਹੜਾ ਪਿਛਲਾ ਹੀ ਬਣਿਆ ਹੋਇਆ ਹੈ। ਅੱਛਾ ਆ ਜਿਹੜੀ ਏਟ ਵਗੈਰਾ ਜਿਹੜੀ ਆ ਲੱਗੀ ਹੈ ਜੀ, ਹਾਂਜੀ ਇਹ ਇਹ ਪੁਰਾਣੀ ਹੈ ਜੀ, ਪੁਰਾਣੀ ਇੱਟ ਹੈ ਇਹ ਸਾਰੀ। ਇਹ ਪੁਰਾਣੀ। ਅੱਛਾ ਇਹ ਉਦੋਂ ਜਿਹੜਾ ਇਹ ਇੱਟਾਂ ਦੇ ਵਿੱਚ ਜਾਂ ਇਹ ਮਸਾਲਾ ਮਸੂਲਾ ਤਾਂ ਕੋਈ ਨਹੀਂ ਹੁੰਦਾ, ਕਹਿੰਦੇ ਚੂਨਾ ਤੇ ਪਤਾ ਨਹੀਂ ਉਹ ਕੋਈ ਦਾਲਾਂ ਦੂਲਾਂ ਮਿਕਸ ਕਰਕੇ ਇਹਨੂੰ ਮਸਾਲਾ ਬਣਾਉਂਦੇ ਸਨ। ਜੀ ਜੀ। ਤੇ ਜਿਹੜੇ ਅਗਰ ਸੀਮੈਂਟ ਲੱਗਾ ਹੁੰਦਾ ਉਹਨੂੰ ਬੜੀ ਦੇਰ ਦਾ ਭੁਰ ਜਾਣਾ ਸੀ ਹਨਾ, ਤੇ ਇਹ ਬੜੀ ਮਜ਼ਬੂਤੀ ਨਾਲ ਅੱਜ ਵੀ ਖੜਾ, ਮਜ਼ਬੂਤੀ ਨਾਲ ਬਣਿਆ। ਤੇ ਆ ਜਿਹੜਾ ਜੀ ਕੈਮਰਾਮੈਨ ਤੇ ਦਿਖਾਵੇ ਜੀ, ਇਹ ਦੇਖੋ ਜੀ, ਹਾਂਜੀ ਇਹ ਜਿਹੜਾ ਪਹਿਲੇ ਆ ਕਲੀ ਹੁੰਦੀ ਸੀ ਆ ਜਿਹੜੀ ਆ ਲਾਲ ਜੀ, ਹਾਂਜੀ ਹਾਂਜੀ ਆ ਲਾਲ ਕਲੀ, ਤੇ ਇੱਟ ਵੀ ਬੜੀ ਮਜ਼ਬੂਤ ਹੈ ਜੀ। ਜੀ ਜੀ ਮਜ਼ਬੂਤ ਇੱਟ ਆ, ਬਹੁਤ ਭਾਰੀ ਇੱਟ ਹੈ। ਠੀਕ ਹੋ ਗਿਆ, 4-5 ਕਿਲੋ ਦੀ ਇੱਕ ਇੱਟ ਆ, 5-5 ਕਿਲੋ ਦੀ। ਹਾਂਜੀ 5-5 ਕਿਲੋ ਦੀ। ਬੜੀ ਤੇ ਫਿਰ ਫਰਸ਼ ਦੇਖ ਲਓ, ਇਹ ਫਰਸ਼ ਦਾ ਬਣਿਆ ਉਦੋਂ ਦਾ ਹੀ ਬਣਿਆ। ਹਾਂ ਮਤਲਬ ਆ ਜਿਹੜਾ ਬਨਾਵਰ ਜੀ ਉਹਨਾਂ ਦੀ, ਹਾਂਜੀ ਉਹਨਾਂ ਇਹ ਦੇਖੋ ਜੀ, ਆ ਕੈਮਰਾਮੈਨ ਅਗਰ ਦਿਖਾਵੇ, ਇਹ ਦੇਖੋ ਇਹ ਨਕਸ਼ੋ ਨਗਾਰ ਜਿਹੜੀ ਉਹਨਾਂ ਨੇ ਆਪ ਹੀ ਕੀਤੀ ਹੋਈ ਹੈ, ਇਹ ਉਹਨਾਂ ਦੀ ਕੀਤੀ ਹੋਈ ਹੈ। ਲੇਕਿਨ ਇਹ ਵੇਖੋ ਅੱਜ ਤੱਕ ਵੀ ਇਦਾਂ ਹੀ ਇਹ ਇਸੇ ਤਰ੍ਹਾਂ ਮਜ਼ਬੂਤ ਪਈ ਹੈ। ਉਹਨਾਂ ਦੀ ਇੱਟ, ਉਹਨਾਂ ਦਾ ਸੀਮੈਂਟ, ਉਹਨਾਂ ਦਾ ਇਹ ਸਾਰਾ ਕੁਝ ਜਿਹੜਾ ਹੈ ਇਸੇ ਤਰ੍ਹਾਂ ਹੀ ਹੈ। ਅਗਰ ਛੱਤ ਦਿਖਾਓ ਜੀ, ਇਹ ਦੇਖੋ ਛੱਤ ਵਗੈਰਾ, ਇਹ ਉਹਨਾਂ ਦਾ ਜਿਹੜੀ ਕਿ ਸੀਗਾ ਬਹੁਤ ਬੜਾ ਗੁੰਮਤ ਸੀ, ਬਹੁਤ ਬੜਾ ਗੁੰਮਤ ਸੀ। ਫਿਰ ਜਦੋਂ ਬਾਬਰ ਸ਼ਹੀਦ ਕੀਤੀ ਗਈ, ਉਦੋਂ ਫਿਰ ਇਸ ਨੂੰ ਇਹਨੂੰ ਵੀ ਮਸਮਾਰ ਕੀਤਾ ਗੁੱਸੇ ਦੇ ਵਿੱਚ। ਹਾਂਜੀ ਜੇ ਅਗਰ ਸਾਡੀਆਂ ਮਸਜਿਦਾਂ ਮਹਫੂਜ਼ ਨਹੀਂ ਹੈਗੀਆਂ ਤੇ ਯਾਨੀ ਕਿ ਮੁਸਲਮਾਨਾਂ ਨੇ ਇਹ ਆਖਿਆ ਕਿ ਇਹ ਜਿਹੜੇ ਨੇ ਇਹਨਾਂ ਦੇ ਮੰਦਿਰ ਵੀ ਯਾਨੀ ਕਿ ਮਹਫੂਜ਼ ਨਹੀਂ ਰਹਿਣੇ ਚਾਹੀਦੇ, ਆਪਣਾ ਗੁੱਸਾ ਕੱਢਿਆ ਜੀ। ਇਹ ਜਿਹੜਾ ਨਾ ਜੀ ਦਿਲਬਰ ਭਾਈ ਹੁਣ ਤੁਹਾਨੂੰ ਇਹ ਵੀ ਦੱਸਣਗੇ ਕਿ ਇਸ ਮੰਦਿਰ ਵਿੱਚ ਕੀ ਹੁੰਦਾ ਸੀ ਜੀ। ਦਿਲਬਰ ਭਾਈ ਇਹ ਪਹਿਲੇ ਇਹਦੇ ਵਿੱਚ ਤਸਵੀਰਾਂ ਹੁੰਦੀਆਂ ਸੀ, ਅਸੀਂ ਕਲੀ ਗੁਲੀ ਕਰ ਲਈ। ਅੱਛਾ ਯਾਨੀ ਕਿ ਹੱਥ ਦੇ ਨਾਲ ਤਸਵੀਰਾਂ ਬਣਾਈਆਂ? ਹਾਂਜੀ ਹੱਥ ਦੀ ਪੇਂਟਿੰਗ ਹੋਈ ਸੀ, ਹੱਥ ਦੇ ਨਾਲ ਪੇਂਟਿੰਗ ਹੋਈ ਹੈ, ਯਾਨੀ ਕਿ ਉਹ ਮਤਲਬ ਉਹ ਆਪਣੇ ਜਿਹੜੇ ਬੁੱਤ ਬਣਾਏ ਸੀ ਉਹਨਾਂ ਨੇ, ਬੁੱਤ ਵਗੈਰਾ ਸੀ, ਬੈਲਾਂ ਸੀ, ਬੈਲ ਬਣਾਈ ਹੋਈ ਸੀ। ਅੱਛਾ ਚਾਰੇ ਪਾਸੇ ਵਿੱਚ ਤਸਵੀਰਾਂ ਬਣੀਆਂ ਸੀ, ਤਾਤੀ ਕੀਤੀ ਸੀ ਬਹੁਤ। ਤਾਤੀ, ਹਾਂਜੀ ਉਹ ਕਹ ਲੋ ਕਿ ਬਹੁਤ ਪੱਕੀਆਂ ਸੀ, ਉਹ ਪੇਂਟ ਬਹੁਤ ਪੱਕਾ ਸੀ। ਅੱਛਾ ਹਾਂਜੀ ਤੇ ਇਹ ਹੁਣ ਤੁਸੀਂ ਆਪਣੀ ਕਲੀ ਗੁਲੀ ਕਰ ਲਈ ਹੈ ਤਾਂ ਕਿ 3-4 ਵਾਲੀ ਫਿਰ ਆਪ ਕਲੀ ਕੀਤੀ। ਠੀਕ ਹੋ ਗਿਆ, ਉਹ ਫਿਰ ਤਸਵੀਰਾਂ ਛੁਪ ਗਈਆਂ। ਠੀਕ ਹੋ ਗਿਆ। ਅੱਛਾ ਇਹ ਦਿਲਬਰ ਭਾਈ ਇਹ ਦੱਸੋ ਕਿ ਜਦੋਂ ਇਹ 1947 ਦੇ ਵਿੱਚ ਬਟਵਾਰਾ ਹੋ ਗਿਆ, ਆਪਣੇ ਮੁਸਲਮਾਨ ਉਧਰ ਚਲੇ ਗਏ, ਆਪਾਂ ਇਧਰ ਨੂੰ ਆ ਗਏ, ਤੇ ਇਹ ਆਪਾਂ ਨੂੰ ਜਾਨੀ ਕਿ ਇਹ ਫਿਰ ਆਪਣੇ ਮਤਲਬ ਆਪਾਂ ਇੱਥੇ ਰਹਿਸ਼ਾਂ ਕਰ ਰਹੀਆਂ। ਇਹ ਉਦੋਂ ਦੇ ਆਪਾਂ ਆਪਣੇ ਵੱਡੇ ਜਿਹੜੇ ਰਹਿਸ਼ੇ ਪਜ਼ੀਰ ਹੈਗੇ ਜਿਹੜੇ ਕਿ ਬਜ਼ੁਰਗਾਂ ਤੋਂ ਹੀ ਆਪਣੇ ਕੋਲ ਆ ਦੇਖੋ ਜੀ ਕਿੱਡੀ ਮਜ਼ਬੂਤੀ ਦੇ ਨਾਲ। ਆ ਦੇਖੋ ਆ ਇੱਟ ਉਦੋਂ ਦੀ ਲੱਗੀ ਹੋਈ ਹੈ, ਤੇ ਇਹ ਡਿੱਗਣ ਦਾ ਨਾਂ ਅੱਜ ਵੀ ਨਹੀਂ ਲੈਂਦੀ। ਮੇਰਾ ਖਿਆਲ ਹੈ ਇਹ ਇੱਕ ਅਰਸਾ ਦਰਾਜ਼, ਇਹ ਕਿੰਨੇ ਆ ਜਿਹੜੀ ਆ ਦੀਵਾਰ ਹੈ ਕਿੰਨੇ ਫੁੱਟ ਦੀ ਹੋਏਗੀ ਦਿਲਬਰ ਭਾਈ? ਇਹ 13 ਇੰਚ 13 ਇੰਚ ਦੀ ਦੀਵਾਰ, 13 ਇੰਚ ਦੀ। ਹਾਂਜੀ ਉਸੇ ਤਰ੍ਹਾਂ ਮਜ਼ਬੂਤ ਹੈ, ਚਾਰ ਚਵੇਰੇ ਉਵੇਂ ਹੀ ਮਜ਼ਬੂਤ, ਯਾਨੀ ਕਿ ਉਸੇ ਤਰ੍ਹਾਂ ਤੁਹਾਨੂੰ ਯਾਨੀ ਕਿ ਇਹ ਦੀਵਾਰਾਂ ਦੇ ਕੰਮ ਨਹੀਂ ਕਰਾਉਣਾ ਪਿਆ। ਹਾਂਜੀ ਨਹੀਂ ਉਵੇਂ ਹੀ ਮਜ਼ਬੂਤ। ਹਾਂ ਜੀ ਨਾਜ਼ਰੀਨ, ਇਹ 1947 ਤੋਂ ਬਾਅਦ ਜਿਹੜਾ ਇਹ ਮੰਦਿਰ ਹੈਗਾ, ਇੱਥੇ ਇਹਨਾਂ ਦਾ ਇਹ ਕਹਿਣ ਹੈਗਾ ਕਿ ਉਸੇ ਤਰ੍ਹਾਂ ਹੀ 13 ਇੰਚ ਤੋਂ ਵੀ ਜ਼ਿਆਦਾ ਇਹ ਮਜ਼ਬੂਤ ਦੀਵਾਰ ਆ। ਅਸੀਂ ਰਹਿਸ਼ੇ ਪਜ਼ੀਰ ਹੈਗੇ ਆ, ਬਸ ਇਹ ਕਲੀ ਕੁਲੀ ਕਰਾ ਕੇ ਜ਼ਾਹਿਰ ਹੈ ਕੀੜਿਆਂ ਮਕੌੜਿਆਂ ਤੋਂ ਬੱਚੇ ਰਹਿੰਦੇ ਨੇ, ਤੇ ਇਹਨੂੰ ਜ਼ਰਾ ਥੋੜਾ ਜਿਹਾ ਇਹ ਕੀਤਾ, ਨਹੀਂ ਤੇ ਉਹਨਾਂ ਦੇ ਵਕਤਾਂ ਦੀਆਂ ਹੀ ਇਮਾਰਤਾਂ ਉਸੇ ਤਰ੍ਹਾਂ ਹੀ ਕਾਇਮ ਔਰ ਦائم ਹੈਗੀਆਂ। ਅੱਛਾ ਇੱਥੇ ਆਪਣਾ ਇਹ ਹੈਗਾ ਸੀ ਮੰਦਿਰ, ਇਹ ਜਿਹੜੀ ਕਿ 2 ਬਲਾਕ ਦੇ ਵਿੱਚ, ਤੇ ਇੱਥੇ ਕਿਤੇ ਮੰਦਿਰ ਵੀ ਉਹਨਾਂ ਦਾ ਉਹ ਗੁਰਦੁਆਰਾ ਵੀ ਹੈਗਾ ਜੀ ਇਹਨਾਂ ਦਾ ਪੁਰਾਣਾ ਉਹ 3 ਬਲਾਕ ਦੇ ਵਿੱਚ 3 ਬਲਾਕ ਗੁਰਦੁਆਰਾ ਜੀ, ਉਹ ਗੁਰਦੁਆਰਾ। ਠੀਕ ਹੈ ਹਾਂਜੀ ਬਾਕੀ ਇਹ ਸੀਗਾ ਇਬਾਦਤਗਾਹ, ਇਹ ਤੁਸੀਂ ਦੇਖੀ ਇਬਾਦਤਗਾਹ, ਠੀਕ ਹੈ, ਜਿਹੜੀਆਂ ਇਹਨਾਂ ਦੀਆਂ ਰਹਿਸ਼ਾਂ ਸੀ ਜਦੋਂ ਕਿ ਇਕੱਠ ਹੁੰਦਾ ਸੀ, ਜਦੋਂ ਫਿਰ ਰਹਿਸ਼ਾਂ ਉਹ ਦੂਸਰੀ ਸਾਈਡ ਤੇ ਇਹਨਾਂ ਦੇ ਨਾਲ ਮਕਾਨ ਸਨ, ਯਾਨੀ ਕਿ ਹੁਣ ਤਾਂ ਆਬਾਦੀ ਹੋ ਗਈ ਨਾ ਮੁਸਲਮਾਨਾਂ ਦੀ, ਯਾਨੀ ਕਿ ਇਸ ਜਗ੍ਹਾ ਦੇ ਉੱਤੇ ਇਹ ਅਗਰ ਕਹਿਣਾ ਯਾਨੀ ਕਿ ਜ਼ਰੂਰ ਹੈਗਾ ਕਿ ਜਦੋਂ ਹਿੰਦੂ ਸਿੱਖ ਆਪਾਂ ਇਕੱਠੇ ਰਹਿੰਦੇ ਸੀ ਤੇ ਯਾਨੀ ਕਿ ਉਦੋਂ ਇਹਨਾਂ ਦੀਆਂ ਰਹਿਸ਼ਾਂ ਵੀ ਸੀ, ਯਾਨੀ ਕਿ ਆਪਣੇ ਇੱਥੇ ਚੀਚਾ ਪਤਨੀ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਇਹ ਇਕੱਠੇ ਰਹਿੰਦੇ ਰਹੇ, ਇਹ ਚੀਜ਼ ਕਾਮਨ ਹੈਗਾ, ਪਰ ਰਲ ਕੇ ਰਹਿੰਦੇ ਸੀ। ਇੱਥੇ ਬੜੇ ਵੱਡੇ ਦਰਖਤ ਵੀ ਹੁੰਦੇ ਸਨ, ਕਹਿੰਦੇ ਬੋਰ ਦੀ ਸ਼ਕਲ ਦੇ ਵਿੱਚ, ਪਿੱਪਲ, ਇਹ ਬਿਲਕੁਲ ਸਹੀ ਹੈ। ਹੁਣ ਤਾਂ ਉਹਨਾਂ ਦੀ ਕਟਾਈ ਛਟਾਈ ਕਰ ਦਿੱਤੀ ਹੈ, ਆਬਾਦੀ ਹੋ ਗਈ, ਨਵੀਂ ਯਾਨੀ ਕਿ ਨਵੀਂ ਨਸਲ ਆ ਗਈ, ਨਵੇਂ ਲੋਕ ਮੁਸਲਮਾਨ ਆ ਗਏ, ਇਸੇ ਤਰ੍ਹਾਂ ਹੀ। ਲਓ ਨਾਜ਼ਰੀਨ, ਇਹ ਜਿਹੜਾ ਹੈ ਇਹ ਦਿਲਬਰ ਸਾਹਿਬ ਦਾ ਇਹ ਕਹਿਣਾ ਹੈ ਕਿ ਜਦੋਂ 1947 ਦਾ ਬਟਵਾਰਾ ਹੋਇਆ ਤੇ ਸਾਡੇ ਕੋਲੋਂ ਬਾਬਾ ਜਦਾਦ ਜਦੋਂ ਸਾਡੇ ਕੋਲ ਆਏ, ਇਹ ਸਾਨੂੰ ਫਿਰ ਜਗ੍ਹਾ ਜਿਹੜੀਆਂ ਮਿਲੀਆਂ ਹਜੇ ਵੀ ਇਹ ਕਸਟਡੀ ਹੈ, ਮਹਿਕਮਾ ਔਕਾਫ ਦੇ ਵਿੱਚ ਹੀ ਹੈ, ਯਾਨੀ ਕਿ ਸਾਰੇ ਕਦੀਮਾਂ ਦੇ ਲੋਕਾਂ ਦੇ ਕੋਲ ਹੀ ਹੈ। ਤਾਂ ਮੇਰਾ ਕੈਮਰਾਮੈਨ ਨਾਲੋਂ ਨਾਲ ਤੁਹਾਨੂੰ ਜਿਹੜੀਆਂ ਦੀਵਾਰਾਂ ਔਰ ਤੁਹਾਨੂੰ ਇਹ ਹਰ ਚੀਜ਼ ਦਿਖਾਉਂਦਾ ਪਿਆ ਜੀ। ਤੇ ਮੈਨੂੰ ਜਿਹੜਾ ਨਾ ਹੋਰ ਵੀ ਇੱਥੋਂ 3 ਬਲਾਕ ਦੇ ਜਿਹੜੇ
ਹੈਗੇ ਨੇ ਬੜੇ ਅੱਛੇ ਦੋਸਤ ਨੇ ਜੀ, ਉਹ ਵੀ ਥੋੜੀ ਜਿਹੀ ਨਜ਼ਰਸਾਨੀ ਰੱਖਦੇ ਨੇ, ਉਹਨਾਂ ਕੋ ਵੀ ਪੁੱਛਾਂਗੇ। ਅਜਮਲ ਉਹਨਾਂ ਦਾ ਨਾਮ ਹੈ ਜੀ, ਤੇ ਅਜਮਲ ਭਾਈ ਹੈਗੇ ਨੇ, ਤੇ ਉਹ ਵੀ ਸਾਨੂੰ ਜੁਆਇਨ ਕਰ ਰਹੇ ਨੇ, ਤੇ ਕੁਝ ਦੇਰ ਬਾਅਦ ਤੁਹਾਨੂੰ ਉਹ ਜਿਹੜਾ ਹੈ ਇਹਦੇ ਬਾਰੇ ਸਾਰੀ ਥੋੜੀ ਬਹੁਤੀ ਮਾਲੂਮਾਤ ਦੱਸਣਗੇ ਕਿ ਇਹ ਜਿਹੜਾ ਗੁਰਦੁਆਰਾ ਹੈ ਕਿਵੇਂ ਹੈਗਾ ਸੀ, ਔਰ ਇਹ ਕਿਵੇਂ ਬਣਿਆ, ਔਰ ਇਹ ਕਿਵੇਂ ਕਿੰਨੇ ਮੁਸਲਮਾਨ ਇੱਥੇ ਆਏ, ਕਦੋਂ ਆਏ, ਕਿਸ ਵਕਤ ਆਏ, ਤੇ ਇਹ ਇਹਨਾਂ ਦੇ ਨਾਲ ਵੀ ਤੁਹਾਨੂੰ ਮੇਰਾ ਕੈਮਰਾਮੈਨ ਹੁਣੇ ਜਿਹੜਾ ਜੁਆਇਨ ਕਰ ਲੈਂਦਾ ਹੈ। ਲਓ ਜੀ, ਇਹ 3 ਬਲਾਕ ਦੇ ਸਾਡੇ ਜਿਹੜੇ ਭਾਈ ਅਜਮਲ ਸਾਹਿਬ ਨੇ ਜੀ, ਇਹ ਬਹੁਤ ਹੀ ਸਾਡੇ ਅੱਛੇ ਪਿਆਰੇ ਦੋਸਤ ਹੈਗੇ ਨੇ, ਸਾਡੇ ਫਾਲੋਅਰ ਵੀ ਹੈਗੇ ਨੇ। ਸਾਡੇ ਵਿਲਾਗ ਕਿੱਥੋਂ ਵੀ ਪਾਕਿਸਤਾਨ ਦਾ ਵਿਰਸਾ ਲਾਈਏ, ਇਹ ਲਾਜ਼ਮੀ ਦੇਖਦੇ ਨੇ। ਇਹਨਾਂ ਦੀਆਂ ਮੁਹੱਬਤਾਂ ਦਾ ਸ਼ੁਕਰੀਆ। ਇਹ ਸਾਨੂੰ ਦੇਖ ਕੇ ਆ 3 ਬਲਾਕ ਦੀ ਇਹਨਾਂ ਦੀ ਰਿਹਾਇਸ਼ ਅਜਮਲ ਭਾਈ ਦੀ, ਇਹਨਾਂ ਨੇ ਸਾਨੂੰ ਜੁਆਇਨ ਕਰ ਲਿਆ। ਥੋੜਾ ਬਹੁਤਾ ਇਹਨਾਂ ਚੀਜ਼ਾਂ ਦੇ ਬਾਰੇ, ਇਹ 3 ਬਲਾਕ ਵਿੱਚ ਮੰਦਿਰ ਹੋਵੇ ਜਾਂ ਗੁਰਦੁਆਰਾ ਹੋਵੇ, ਪੁਰਾਣਾ ਵਿਰਸਾ ਹੋਵੇ, ਇਹਨਾਂ ਦੀ ਵੀ ਥੋੜੀ ਬਹੁਤੀ ਇਸ ਚੀਜ਼ ਤੇ ਨਜ਼ਰ ਹੈਗੀ ਹੈ। ਅਸੀਂ ਹੁਣ ਇਹਨਾਂ ਨੂੰ ਜੁਆਇਨ ਕਰਦੇ ਹਾਂ, ਇਹ ਤੁਹਾਨੂੰ ਨਾਜ਼ਰੀਨ ਦੱਸਦੇ ਨੇ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਪਹਿਲੇ ਤਾਂ ਭਾਈ ਖਾਲਦ ਸਾਹਿਬ ਦਾ ਸ਼ੁਕਰੀਆ ਜਿਹੜਾ ਇਹਨਾਂ ਨੇ ਇਸ ਜਿਹੜਾ ਸਟੈਪ ਨੂੰ ਲਿਆ ਕਿ ਇਹ ਪੁਰਾਣਾ ਵਿਰਸਾ ਜਿਹੜਾ ਹੈਗਾ ਵਾ, ਇਹ ਉਹਦੇ ਤੇ ਨਜ਼ਰਸਾਨੀ ਕੀਤੀ ਜਾਵੇ, ਉਹਦੇ ਬਾਰੇ 'ਚ ਵੀ ਲੋਕਾਂ ਨੂੰ ਅਗਾਹੀ ਦਿੱਤੀ ਜਾਵੇ। ਇਹ ਅਸੀਂ ਵੀ ਸੁਣਦੇ ਆ ਰਹੇ ਬਚਪਨ ਤੋਂ, ਤਕਰੀਬਨ ਸੰਨ 47 ਤੋਂ ਇਹ ਲੋਕ ਜਿਹੜੇ ਆ ਇੱਥੇ ਪਾਕਿਸਤਾਨ ਤੇ ਇੰਡੀਆ ਦਾ ਬਟਵਾਰਾ ਜਦੋਂ ਹੋਇਆ ਸੀ, ਉਸ ਵਕਤ ਕੁਛ ਲੋਕ ਹਿੰਦੁਸਤਾਨ 'ਚ ਇੱਥੇ ਆਣ ਕੇ ਰਹਿਣ ਲੱਗ ਗਏ ਸੀ। ਜਿਹੜੇ ਹਿੰਦੂ ਲੋਕ ਸੀ ਉੱਥੇ ਚਲੇ ਗਏ ਸੀ ਹਿੰਦੁਸਤਾਨ ਦੇ ਵਿੱਚ, ਤੇ ਇੱਥੇ ਵੀ ਇਹ ਭਾਈ ਰਹਿੰਦੇ ਨੇ। ਅਸੀਂ ਸ਼ੁਰੂ ਤੋਂ ਦੇਖ ਰਹੇ ਇਹਨਾਂ ਨੂੰ, ਇਹੀ ਰਹਿ ਰਹੇ ਨੇ, ਇਹਨਾਂ ਦੇ ਅਬੌਇਦਾ ਰਹਿ ਰਹੇ ਨੇ। 3 ਬਲਾਕ ਜਿੱਥੇ ਮੇਰੀ ਰਿਹਾਇਸ਼ ਆ, ਉੱਥੇ ਅਸੀਂ ਸੁਣਦੇ ਆ ਰਹੇ, ਦੇਖਦੇ ਆ ਰਹੇ ਹਾਂ ਗੁਰਦੁਆਰਾ ਸਿੱਖਾਂ ਦਾ, ਤੇ ਉੱਥੇ ਹੁੰਦਾ ਸੀ ਆਪਣਾ ਸ਼ਾਦੀ ਹਾਲ, ਤੇ ਇਹ ਚੀਜ਼ਾਂ ਉੱਥੇ ਹਲੇ ਵੀ ਕਾਇਮ ਦਾਇਮ ਨੇ। ਆਪਣੀ ਉਹਨੂੰ ਜੰਜ ਘਰ ਵੀ ਕਹਿੰਦੇ ਨੇ ਜੀ, ਜੰਜ ਘਰ ਸੀ ਬੜਾ ਵੱਡਾ, ਉਹਦੇ ਤੇ ਮੈਂ ਪ੍ਰੋਗਰਾਮ ਵੀ ਕੀਤਾ। ਹਲੇ ਵੀ ਉੱਥੇ ਸ਼ਾਦੀਆਂ, ਹਾਂਜੀ ਹਾਂ, ਮਤਲਬ ਸ਼ਾਦੀਆਂ ਮੁਸਲਮਾਨਾਂ ਦੀ ਬੱਚੀਆਂ ਦੀ ਸ਼ਾਦੀਆਂ ਉੱਥੇ ਹੋ ਜਾਂਦੀਆਂ। ਸਕੂਲ ਬਣਾਇਆ ਉੱਥੇ, ਠੀਕ ਹੋ ਗਿਆ, ਯਾਨੀ ਕਿ ਨਾ ਉੱਥੇ ਮਤਲਬ ਬੈਨ ਖਲੋਣ ਠੀਕ ਆ ਜਗ੍ਹਾ ਕੀ, ਜੇ ਅਗਰ ਜਗ੍ਹਾ ਚੌਂਕ 'ਚ ਨਾ ਮਿਲੇ, ਜਿਵੇਂ ਬਲਾਕ ਦੀਆਂ ਗਲੀਆਂ ਹੁਣ ਪੌੜੀਆਂ ਪੈ ਗਈਆਂ ਨੇ, ਅਗਰ ਸ਼ਾਦੀ ਸ਼ੁਦੀ ਕਰਨੀ ਹੋਵੇ ਤਾਂ ਉੱਥੇ ਆਪਾਂ ਖੈਰ ਗਵਰਨਮੈਂਟ ਨੇ ਥੋੜਾ ਸਖਤ ਐਕਸ਼ਨ ਲੈ ਲਿਆ, ਹੁਣ ਤਾਂ ਨਹੀਂ ਹੁੰਦਾ, ਪਹਿਲੇ ਹੋ ਜਾਂਦਾ ਹੁੰਦਾ ਸੀ। ਠੀਕ ਹੈ, ਮਿਲ ਜੁਲ ਕੇ, ਠੀਕ ਹੈ। ਤੇ ਉਹ ਸਾਡੇ ਵਿਰਸਾ ਹੀ ਨੇ ਇਹ, ਤੇ ਖਾਲਦ ਸਾਹਿਬ ਦੀ ਬਹੁਤ ਅੱਛੀ ਕਾਵਿਸ਼ ਹੈ, ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ। ਇਹਨਾਂ ਨੇ ਬਹੁਤ ਅੱਛਾ ਇਹ ਇਨੀਸ਼ੀਏਟਿਵ ਲਿਆ ਵਾ ਕਿ ਇਹ ਦਿਖਾ ਰਹੇ ਆ ਆਪਣੇ ਵਿਰਸੇ ਨੂੰ, ਸਾਡੇ ਚੀਜ਼ਾਂ ਦੇ ਵਿੱਚ ਕਿਹੜੀ ਪੁਰਾਣੀ ਚੀਜ਼ਾਂ, ਕਿਹੜੇ ਪੁਰਾਣੇ ਵਿਰਸੇ ਹੈਗੇ ਆ। ਇਹਨਾਂ ਨੂੰ ਮੰਦਰਾਂ ਮਸਜਿਦਾਂ ਦੇ ਨਾਲ ਇਹਨਾਂ ਨੂੰ ਪੁਰਾਣੀ ਇਮਾਰਤਾਂ ਤੇ ਵੀ ਵਿਲੋ ਕਰਨੇ ਚਾਹੀਦੇ ਨੇ, ਜਿਹੜੀਆਂ ਹੈਗੀਆਂ ਨੇ। ਜਿਹੜੀ ਮਾਦੂਮ ਇਮਾਰਤਾਂ ਨੇ ਉਹਨਾਂ ਤੇ ਵੀ ਕਰਨੇ ਚਾਹੀਦੇ ਨੇ ਇਹਨਾਂ ਨੂੰ। ਅਸੀਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਅਜਮਲ ਭਾਈ ਆ ਜਿਹੜਾ ਨਾ ਸ਼ੇਖ ਤੈਯਬ ਰੋਡ ਦੇ ਉੱਤੇ 500 ਸਾਲ ਪੁਰਾਣੀ ਮਸਜਿਦ ਆ 3-4 ਦਿਨ ਹੋ ਗਏ ਸ਼ੇਰ ਸ਼ਾਹ ਸੂਰੀ ਦੇ ਵਕਤ ਦੇ ਵਿੱਚ ਉਹ ਜਦੋਂ ਕੱਖਾਂ ਵਾਲੀ ਸੜਕ ਤੇ ਆਉਂਦੇ ਸੀ, ਕਿਉਂਕਿ ਇਹ ਜਿਹੜੀ ਸੜਕ ਆ, ਇਹ ਜਿਹੜੀ ਲਾਹੌਰ ਨੂੰ ਕੱਖਾਂ ਵਾਲੀ ਸੜਕ ਜਾਂਦੀ ਹੈ, ਉੱਥੋਂ ਜਿਹੜੀ ਕੱਖਾਂ ਵਾਲੀ ਸੜਕ ਹੈ ਮਲਤਾਨ ਨੂੰ ਮਿਲਾਉਂਦੀ ਹੈ, ਛੋਟਾ ਜਿਹਾ ਰੋਡ ਹੈ। ਉਸ ਰੋਡ ਦੇ ਉੱਤੇ 16 ਦੇ ਵਿੱਚ 500 ਸਾਲ ਪਹਿਲੇ ਜਿਹੜੀ ਸ਼ਾਹ ਸੂਰੀ ਜਿਹੜੇ ਉੱਥੋਂ ਚੱਲਦੇ ਸਨ, ਇੰਡੀਆ ਤੋਂ ਚੱਲਦੇ ਸਨ, ਉਹਦੇ ਤੇ ਮੈਂ ਕਰਕੇ ਆਇਆ। ਉਹ ਸਾਡਾ ਵਿਲਾਗ, ਮੇਰਾ ਖਿਆਲ ਸ਼ਾਇਦ ਤੁਸੀਂ ਸੁਣਿਆ ਨਹੀਂ, ਉਹ ਵੀ ਸਾਡਾ ਵਿਲਾਗ ਸੁਣਿਆ ਜੇ। ਅਸੀਂ ਮਸਜਿਦ ਹੋਵੇ ਸ਼ਾਹ ਸੂਰੀ ਦੀ, ਤੇ ਚਾਹੇ ਹੋਵੇ ਮੰਦਿਰ, ਚਾਹੇ ਹੋਵੇ ਗੁਰਦੁਆਰਾ, ਹੋਵੇ ਕੋਈ ਵੀ ਵਿਰਸਾ, ਚਾਹੇ ਕੋਈ ਇਮਾਰਤ ਹੋਵੇ, ਚਾਹੇ ਹੋਵੇ ਜੰਜ ਘਰ, ਚਾਹੇ ਕੋਈ ਵੀ ਚੀਜ਼ ਹੋਵੇ, ਅਸੀਂ ਉਹਦੇ ਤੇ ਪਾਕਿਸਤਾਨ ਦੇ ਕਿਸੇ ਵੀ ਸ਼ਹਿਰ ਦੇ ਵਿੱਚ, ਚਾਹੇ ਗਾਉਂ ਦੇ ਵਿੱਚ, ਚਾਹੇ ਕਿਸੇ ਵੀ ਜਗ੍ਹਾ ਦੇ ਉੱਤੇ ਹੋਵੇ, ਅਸੀਂ ਉੱਥੇ ਪਹੁੰਚ ਜਾਂਦੇ ਹਾਂ। ਤੁਹਾਨੂੰ ਅਸੀਂ ਨਾਜ਼ਰੀਨ ਨੂੰ ਪੰਜਾਬੀ ਦੇ ਵਿੱਚ ਇਹ ਵਿਲਾਗ ਕਰਕੇ, ਸਾਨੂੰ ਸਿੱਖ ਭਰਾ ਉਹਨਾਂ ਦੀਆਂ ਨਸਲਾਂ, ਉਹ ਲੋਕ ਤੇ ਮਰ ਗਏ, ਖੱਪ ਗਏ, ਲੇਕਿਨ ਜਿਵੇਂ ਸਾਡੇ ਵੱਡੇ ਚਲੇ ਗਏ ਦੁਨੀਆ ਤੋਂ, ਲੇਕਿਨ ਉਹਨਾਂ ਦੀਆਂ ਨਸਲਾਂ ਬੈਠੀਆਂ ਨੇ, ਜਿਹੜੀ ਜਗ੍ਹਾ ਤੇ ਬੈਠੇ ਨੇ, ਉਹ ਸਾਨੂੰ ਉੱਥੋਂ ਟੱਚ ਕਰਦੇ ਨੇ, ਔਰ ਸਾਨੂੰ ਉਹ ਕਹਿੰਦੇ ਨੇ ਵੀਡੀਓ ਦਿਓ, ਔਰ ਸਾਡੇ ਇਹ ਵੀਡੀਓ ਜਿਹੜੀਆਂ ਨੇ ਬੜੇ ਸ਼ੌਕ ਨਾਲ ਦੇਖਦੇ ਨੇ। ਉਹਦੀ ਇਹ ਮੁਹੱਬਤ ਆ। ਦੇਖੋ, ਸਾਡੇ ਕਿਸੇ ਵਕਤ ਹਿੰਦੂਆਂ ਸਿੱਖਾਂ ਦੇ ਨਾਲ, ਔਰ ਪਾਕਿਸਤਾਨੀ ਜਿਹੜੇ ਮੁਸਲਮਾਨ ਸਨ, ਸਾਡੇ ਜਿਹੜੇ ਵੱਡੇ ਸਨ, ਇੱਕ ਵਾਰੀ ਉਹ ਇਕੱਠੇ ਬੈਠਦੇ ਸਨ। ਜਦੋਂ ਇੱਥੇ ਵੱਡੇ ਦਰਖਤ ਸਨ, ਪਿੱਪਲ ਸਨ, ਚੀਲ ਦੇ ਦਰਖਤ ਸਨ, ਉਸ ਤੋਂ ਬਾਅਦ ਆ ਬੋਰ ਦੇ ਦਰਖਤ ਸਨ, ਹਰ ਚੌਂਕ ਦੇ ਵਿੱਚ ਲੱਗੇ ਹੁੰਦੇ ਸੀ। ਸਾਡੇ ਜਿਹੜੇ ਵੱਡੇ ਨੇ ਰਲ ਮਿਲ ਕੇ ਬੈਠਦੇ ਸਨ, ਰਲ ਕੇ ਚਾਹਾਂ ਪੀਂਦੇ ਸਨ, ਇੱਜ਼ਤਾਂ ਦੇ ਸਾਂਝੇ ਸਨ, ਇੱਕ ਦੂਸਰੇ ਦੀ ਖੈਰਤ ਦਾ ਵੀ ਖਿਆਲ ਸੀ। ਉਹ ਲੋਕ ਮਰ ਗਏ, ਲੇਕਿਨ ਹੁਣ ਜਿਹੜੀ ਇਹ ਨਫਸੋ ਨਫਸੀ, ਚਲੋ ਚਲੀ ਦਾ ਜ਼ਮਾਨਾ ਆ ਗਿਆ, ਇਸ ਨਸਲ ਨੂੰ ਤੇ ਕਦਰ ਕੋਈ ਨਹੀਂ, ਲੇਕਿਨ ਉਹ ਲੋਕ ਐਸੇ ਸੁੱਚੇ ਲੋਕ ਸਨ, ਸੱਚ ਦੇ ਉਹ ਮਬੜੀ ਗੱਲ ਕਰਦੇ ਸਨ, ਤੇ ਇੱਕ ਦੂਸਰੇ ਦਾ ਬੜਾ ਖਿਆਲ ਕਰਦੇ ਸੀ, ਚਾਹੇ ਮੁਸਲਮਾਨ ਹੈ, ਚਾਹੇ ਕੋਈ ਸਿੱਖ ਆ। ਉਹ ਲੋਕ ਜਦੋਂ ਤੱਕ ਆਬਾਦ ਸਨ, 1947 ਦੇ ਵਿੱਚ ਉਹ ਚਲੇ ਗਏ, ਉਦੋਂ ਤੱਕ ਆਪਣੇ ਵੱਡਿਆਂ ਨੂੰ ਇੱਥੇ ਮਿਲਣ ਵੀ ਆਉਂਦੇ ਸਨ। ਉਹ ਆਪਣੇ ਘਰ ਵੀ ਵੇਖੇ ਉਹਨਾਂ ਨੇ ਆ ਕੇ, ਆਪਣੇ ਮੰਦਿਰ ਵੀ ਵੇਖੇ, ਲੇਕਿਨ ਬਦਕਿਸਮਤੀ ਇਸ ਮੁਲਕ ਦੀ ਇਹ ਆ ਕਿ ਜਦੋਂ ਦਾ ਇਹ ਪਾਕਿਸਤਾਨ ਨੇ ਤੇ ਉਹਨਾਂ ਨੂੰ ਕੋਈ ਨਹੀਂ ਕੀਤਾ। ਸਾਡੀ ਟ੍ਰੇਨ ਜਿਹੜੀ ਹੈ ਸਮਝੌਤਾ ਐਕਸਪ੍ਰੈਸ ਇੰਡੀਆ ਦੇ ਵਿੱਚ ਡਾਇਰੈਕਟ ਜਾਂਦੀ ਸੀ, ਵੀਜ਼ੇ ਜਿਹੜੇ ਸਨ
ਫ੍ਰੀ ਲੱਗਦੇ ਸੀ, ਅਸੀਂ ਉੱਥੇ ਆਪਣੇ ਘਰ ਜਾ ਕੇ ਵੇਖਦੇ ਸੀ, ਉਹ ਸਾਡੇ ਇੱਥੇ ਵਿਰਸਾ ਦੇਖਣ ਆਉਂਦੇ ਸੀ, ਯਾਨੀ ਕਿ ਆਪਣੇ ਘਰਾਂ ਨੂੰ ਵੇਖ ਕੇ ਰੋਂਦੇ ਸਨ, ਕਿਉਂਕਿ ਉਹਨਾਂ ਨੂੰ ਵੀ ਅਚਾਨਕ ਜਾਣਾ ਪੈ ਗਿਆ 1947 ਦੇ ਵਿੱਚ। ਉਹ ਵੀ ਆਪਣੇ ਇਦਾਂ ਹੀ ਪੱਕੀਆਂ ਰੋਟੀਆਂ ਤੇ ਪੱਕਦੀਆਂ ਹੀ ਚਾਹਾਂ ਛੱਡ ਕੇ ਉਹਨਾਂ ਨੂੰ ਆਪਣੇ ਮੁਲਕ ਜਾਣਾ ਪਿਆ। ਦੁੱਖ ਬੜਾ ਹੁੰਦਾ ਹੈ ਕਿ ਇਹ ਦੇਖੋ ਨਾਜ਼ਰੀਨ, ਤੁਹਾਨੂੰ ਦਰਵਾਜ਼ਾ ਵੀ ਇੱਕ ਚੀਜ਼ ਤੁਹਾਨੂੰ ਭੁੱਲ ਗਏ, ਇਹ ਦਰਵਾਜ਼ਾ ਜਿਹੜਾ ਹੈ, ਇਹ ਦੇਖੋ, ਇਹ ਦਰਵਾਜ਼ਾ ਵੀ ਬਿਆਰ ਦਾ ਜਿਹੜਾ ਹੈ, ਇਹ ਤੁਹਾਨੂੰ ਮੇਰਾ ਕੈਮਰਾਮੈਨ ਦਿਖਾ ਰਿਹਾ, ਉਦੋਂ ਦਾ ਬਿਆਰ ਜਿਹੜੀ ਇਹ ਜਾਨੀ ਕਿ ਨਾ ਦਰਵਾਜ਼ਿਆਂ ਦੇ ਉਹ ਬਿਆਰ ਤੇ ਬੜਾ ਹੀ ਜਿਹੜੀ ਕਿ ਨਾ ਉਸ ਚੀਜ਼ ਦੇ ਦਰਵਾਜ਼ੇ ਬਣਾਉਂਦੇ ਸੀ, ਖਿੜਕੀਆਂ ਬਣਾਉਂਦੇ ਸੀ, ਵੈਂਟੀਲੇਸ਼ਨ ਜਿਹਨੂੰ ਆਪਾਂ ਕਹਿੰਦੇ ਆ, ਇਹਨਾਂ ਚੀਜ਼ਾਂ ਨੂੰ ਉਹ ਤਿਆਰ ਕਰਦੇ ਸੀ। ਲੇਕਿਨ ਉਹਦਾ ਫਾਇਦਾ ਅੱਜ ਵੀ ਸਾਡੇ ਮੁਸਲਮਾਨਾਂ ਨੂੰ ਹੋ ਰਿਹਾ, ਜਿਹੜੇ ਉੱਥੇ ਬੈਠੇ ਨੇ। ਮੈਂ ਕਹਿਣਾ ਉਹਨਾਂ ਲੋਕਾਂ ਨੂੰ ਸਲੂਟ ਆ ਜਿਹੜੇ ਮਟੀਰੀਅਲ ਤੇ ਕੰਪਰੋਮਾਈਜ਼ ਕੋਈ ਨਹੀਂ ਕਰਦੇ ਸੀ। ਸਾਦਾ ਉਹ ਲੋਕ ਹੁੰਦੇ ਸੀ, ਉਦੋਂ ਸੀਮੈਂਟ ਕੋਈ ਨਹੀਂ ਸੀ ਹੁੰਦੇ, ਲੇਕਿਨ ਉਹਨਾਂ ਨੇ ਚੂਨਾ ਦਾਲਾਂ ਇਹ ਮਿਕਸ ਕਰਕੇ ਇਹੋ ਜਿਹਾ ਬਣਾਉਂਦੇ ਸੀ। ਤੇ ਅੱਜ ਵੀ ਇੱਟ ਜਿਹੜੀ ਹੈ ਉਸੇ ਤਰ੍ਹਾਂ ਹੀ ਹੈਗੀ ਹੈ। ਅਗਰ ਕਾਇਮ ਇਮਾਨਦਾਰੀ ਇਦਾਂ ਦੀ ਸੀ, ਅੱਜ ਚਲੇ ਜਾਵੋ ਕਿਤੇ ਵੀ ਕੋਈ ਚੀਜ਼ ਅਸਲ ਮਿਲਦੀ ਨਹੀਂ। ਅਗਰ ਕੋਈ ਦਰਵਾਜ਼ਾ ਲੈਣ ਜਾਓ, ਪਤਾ ਨਹੀਂ ਕਿਹੜੀ ਲੱਕੜ ਦਾ, 6ਵੇਂ ਮਹੀਨੇ ਉਹਨੂੰ ਕੋਲ ਲੱਗ ਜਾਂਦਾ, ਉਹਨਾਂ ਦੇ ਦਰਵਾਜ਼ੇ ਚੀਲਦੇ ਸੀ। ਤੇ ਅੱਜ ਵੀ ਉਹਨਾਂ ਨੂੰ 1947 ਯਾਨੀ ਕਿ 53 ਸਾਲ ਇਹ ਹੋ ਗਏ ਤੇ 26 ਇਹ ਲੈ ਲਓ, 79 ਸਾਲ ਹੋ ਗਏ, 80 ਸਾਲ ਹੋ ਗਏ ਇੱਥੋਂ ਮੁਲਕ ਤੋਂ ਗਏ ਨੂੰ, ਲੇਕਿਨ ਉਹਨਾਂ ਦੀਆਂ ਇੱਟਾਂ, ਉਹਨਾਂ ਦੇ ਗਾਰੇ, ਉਹ ਜਿਹੜੇ ਉਹਨਾਂ ਨੇ ਆਪਣੇ ਮਸਾਲੇ ਨਾਲ ਬਣਾਈਆਂ ਚੀਜ਼ਾਂ ਉਸੇ ਤਰ੍ਹਾਂ ਆਬਾਦ ਕਾਇਮ ਔਰ ਦੈਮ। ਨਾਜ਼ਰੀਨ, ਗੱਲ ਉਹੀ ਕਰ ਰਹੇ ਸੀ ਕਿ ਉਹਨਾਂ ਨੂੰ ਜਦੋਂ ਛੱਡਣੇ ਪਏ ਆਪਣੇ ਘਰ ਬਾਅਦ, ਜਿੱਦਾਂ ਸਾਨੂੰ ਤਕਲੀਫ ਹੋਈ ਹੈ ਇਦਾਂ ਹੀ ਉਹਨਾਂ ਨੂੰ ਤਕਲੀਫ ਹੋਈ, ਉਹਨਾਂ ਨੂੰ ਇੱਥੋਂ ਛੱਡ ਕੇ ਜਾਣਾ ਪਿਆ। ਆਪਣੇ ਬੱਚੇ ਲਏ, ਆਪਣੀਆਂ ਇੱਜ਼ਤਾਂ ਉਹਨਾਂ ਨੇ ਵੀ ਲਈਆਂ ਤੇ ਉਹ ਵੀ ਟੁਰ ਪਏ। ਸਾਡਾ ਦਾ ਲੱਗਾ ਮੁਸਲਮਾਨਾਂ ਦਾ, ਅਸੀਂ ਵੀ ਉਹਨਾਂ ਨੂੰ ਵੱਢਿਆ ਤੇ ਟੁਕਿਆ। ਉਧਰੋਂ ਸਾਡੇ ਕਾਰਵਾਂ ਆਉਂਦੇ ਪਏ ਸੀ, ਮੁਸਲਮਾਨਾਂ ਨੇ ਬੱਚੇ ਚੁੱਕੇ ਹੋਏ ਸੀ, ਭੈਣਾਂ ਨੇ ਆਪਣੇ ਭਰਾ ਫੜੇ ਹੋਏ ਸੀ। ਆਪਣੀਆਂ ਭੈਣਾਂ ਜਿਹੜੀਆਂ ਨੇ ਭਰਾਵਾਂ ਤੋਂ ਵਿਛੜ ਗਈਆਂ ਤੇ ਭਰਾ ਭੈਣਾਂ ਤੋਂ ਵਿਛੜ ਗਏ, ਮਾਵਾਂ ਪੁੱਤਰਾਂ ਤੋਂ ਵਿਛੜ ਗਈਆਂ ਤੇ ਆਪਣੀਆਂ ਜਿਹੜੀਆਂ ਔਰਤਾਂ ਸਨ ਆਪਣੇ ਖਾਨਦਾਨ ਤੋਂ ਵਿਛੜ ਗਈਆਂ, ਉਹਨਾਂ ਦੇ ਸੁਹਾਗ ਉਜੜ ਗਏ। ਤੇ ਫਿਰ ਆ ਜਾ ਕੇ ਲਾਹੌਰ ਉਹਨਾਂ ਨੇ ਪੜਾਓ ਕੀਤਾ, ਕਿੰਨੀਆਂ ਰਾਤਾਂ ਸਫ਼ਰ ਕੀਤਾ, ਪੈਦਲ ਸਫ਼ਰ ਕੀਤੇ। ਕਈ ਲੋਕ ਆਪਣਾ ਚੱਲਣ ਦੇ ਕਾਬਲ ਨਹੀਂ ਸੀ ਹੈਗੇ, ਜਿਹੜੇ ਬਜ਼ੁਰਗ ਆ ਉਹਨਾਂ ਨੂੰ ਆਪਣੀ ਜਾਨਾਂ ਦੀਆਂ ਪਈਆਂ ਹੋਈਆਂ ਸੀ, ਉਹਨਾਂ ਨੂੰ ਛੱਡ ਕੇ ਆਣਾ ਪਿਆ। ਬੱਚੇ ਜਿਹੜੇ ਨਹੀਂ ਚੁੱਕ ਸਕਦੀਆਂ ਸੀ ਮਾਵਾਂ, ਉਹਨਾਂ ਨੂੰ ਸੁੱਟ ਕੇ ਆਣੇ ਪਏ। ਈਵਨ ਕਿ ਸਿੱਖਾਂ ਨੇ ਉੱਥੇ ਬੜੇ ਜ਼ੁਲਮ ਕੀਤੇ ਕਿ ਉਹਨਾਂ ਨੂੰ ਕੱਟ ਦਿੱਤਾ, ਵੱਢ ਕੇ ਨਹਿਰਾਂ ਦੇ ਵਿੱਚ ਸੁੱਟ ਦਿੱਤਾ। ਜਿਹੜੀਆਂ ਦਰਿਆ ਸਨ ਉਹ ਖੂਨ ਦੇ ਨਾਲ ਲਾਸ਼ਾਂ ਹੀ ਲਾਸ਼ਾਂ ਹੋ ਗਈਆਂ। ਅੱਜ ਪਾਕਿਸਤਾਨ ਦੀ ਸਾਨੂੰ ਕਦਰ ਕੋਈ ਨਹੀਂ, ਪਾਕਿਸਤਾਨ ਸਾਨੂੰ ਪਲੇਟ ਦੇ ਵਿੱਚ ਮਿਲਿਆ, ਇਹਦੀ ਕਦਰ ਕਰੋ, ਕਿਉਂਕਿ ਅੱਜ ਅਸੀਂ ਆਜ਼ਾਦ ਹਾਂ। ਮਸਜਿਦਾਂ ਦੇ ਵਿੱਚ ਸਾਡੇ ਜਿਹੜਾ ਹੈ ਅੱਜ ਵੀ ਇੱਥੇ ਨਮਾਜ਼ ਰੋਜ਼ਾ ਸਾਨੂੰ ਕੋਈ ਅਜ਼ਾਨ ਤੋਂ ਰੋਕ ਨਹੀਂ ਸਕਦਾ। ਅੱਜ ਵੀ ਉੱਥੇ ਵੇਖੋ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਰਹਿੰਦੇ ਪਏ ਨੇ, ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਹੈਗਾ। ਅਜ਼ਾਨ ਨਮਾਜ਼ ਉਹ ਖੋਲ ਕੇ ਪੜ੍ਹ ਨਹੀਂ ਸਕਦੇ, ਉਹਨਾਂ ਦੇ ਜ਼ੇਰੇ ਸਾਇਆ ਰਹਿ ਗਏ। ਜਿਹੜੇ ਲੋਕ ਉੱਥੇ ਲੋਕੇ ਮੁਸਲਮਾਨ ਰਹਿ ਗਏ, ਅੱਜ ਵੀ ਉੱਥੇ ਗੁਲਾਮੀ ਦੀ ਜ਼ਿੰਦਗੀ ਬਸਰ ਕਰ ਰਹੇ ਆ। ਪਾਕਿਸਤਾਨ ਜਿੱਦਾਂ ਦਾ ਵੀ ਹੈਗਾ ਲੇਕਿਨ ਆਜ਼ਾਦ ਮੁਲਕ ਹੈਗਾ। ਇੱਥੇ ਤੁਸੀਂ ਅਜ਼ਾਨਾਂ ਦਿਓ, ਇੱਥੇ ਤੁਸੀਂ ਮਦਰਸਿਆਂ 'ਚ ਜਾਓ, ਇੱਥੇ ਖੁੱਲ੍ਹ ਕੇ ਤੁਹਾਨੂੰ ਜਮਹੂਰੀਅਤ ਹੈਗੀ ਹੈ, ਖੁੱਲ੍ਹ ਕੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ, ਤੁਸੀਂ ਆਪਣਾ ਐਜੀਟੇਸ਼ਨ ਕਰ ਸਕਦੇ ਹੋ, ਤੁਸੀਂ ਆਪਣਾ ਇਤਜਾਜ ਕਰ ਸਕਦੇ ਹੋ, ਤੁਸੀਂ ਆਪਣਾ ਕਿਸੇ ਨੰਬਰਦਾਰ ਨੂੰ ਆਪਣਾ ਜਿਹੜਾ ਦੁੱਖ ਦੱਸ ਸਕਦੇ ਹੋ। ਇੱਥੇ ਕੋਈ ਚੇਅਰਮੈਨ ਹੈਗਾ ਉਹਨੂੰ ਦੱਸ ਸਕਦੇ ਹੋ। ਉੱਥੇ ਕਿੱਥੇ ਕਾਇਦੇ ਆਜ਼ਮ ਨੇ ਇੱਕ ਵਾਰੀ ਪਾਕਿਸਤਾਨ ਬਣਾਉਣ ਦੇ ਵਿੱਚ ਸਾਡਾ ਉਹ ਕਿਰਦਾਰ ਅਦਾ ਕਰ ਦਿੱਤਾ ਹੈ ਕਿ ਅੱਜ ਅਸੀਂ ਆਜ਼ਾਦ ਕੌਮ ਆ। ਦੇਖੋ ਇਹ ਬਹੁਤ ਬੜਾ ਕੁਰਬਾਨੀਆਂ ਸਾਡਿਆਂ ਵੱਡਿਆਂ ਨੇ ਦਿੱਤੀਆਂ, ਅੱਜ ਅਸੀਂ ਕੁਰਬਾਨੀ ਦੇਣ ਦੇ ਵੀ ਕਾਬਲ ਨਹੀਂ, ਕਿਉਂਕਿ ਅਸੀਂ ਰੋਟੀ ਖਾ ਲੈਨੇ ਆ, ਬਸ ਕਹਿੰਦੇ ਬਸ ਹੋਰ ਸਾਡਾ ਕੋਈ ਨਹੀਂ, ਅਸੀਂ ਚੰਗਾ ਖਾ ਲੈਨੇ। ਪੁੱਛੋ ਉਹਨਾਂ ਕੋਲੋਂ ਜਿਨ੍ਹਾਂ ਦੇ ਨਾਲ ਮੇਰੀ ਮੁਲਾਕਾਤ ਹੁੰਦੀ ਹੈ, ਜਿਨ੍ਹਾਂ ਦੇ ਨਾਲ ਮੈਂ 115 ਸਾਲ ਬਾਬਿਆਂ ਦੇ ਨਾਲ ਵਿਲਾਗ ਕਰਦਾ, ਉਹਨਾਂ ਲੋਕਾਂ ਕੋਲ ਪੁੱਛੋ, ਉਹਨਾਂ ਦੇ ਦਿਲ ਜਿਹੜੇ ਨੇ ਖੂਨ ਦੇ ਆਂਸੂ ਰੋਂਦਾ ਆ। ਜਦੋਂ ਉਹਨਾਂ ਕੋਲ ਅਸੀਂ ਤਾਰੀਖ ਪੁੱਛਦੇ ਆ, ਉਹ ਯਕੀਨ ਕਰੋ ਅੱਧੀ ਤਰੀਕ ਦੇ ਵਿੱਚ ਹੀ ਰੋਣ ਲੱਗ ਪੈਂਦੇ ਨੇ, ਕਹਿੰਦੇ ਅਸੀਂ ਸਾਡੇ ਚਾਚੇ ਮਰ ਗਏ, ਉਹ ਸਾਡੀਆਂ ਭੈਣਾਂ ਵਿਛੜ ਗਈਆਂ, ਓਏ ਅਸੀਂ ਆਪਣੀਆਂ ਮਾਵਾਂ ਜਿਹੜੀਆਂ ਨੇ ਰਾਵਾਂ ਦੇ ਵਿੱਚ ਛੱਡ ਕੇ ਆ ਗਏ। ਉਹ ਸਾਡੇ ਕੋਲ ਇੰਨਾ ਮਾਲ ਡੰਗਰ ਸੀ, ਮਾਲ ਡੰਗਰ ਚੱਲ ਨਹੀਂ ਸੀ ਸਕਦਾ, ਅਸੀਂ ਆਪਣੀਆਂ ਮੱਝਾਂ ਰਾਹ 'ਚ ਛੱਡ ਕੇ ਆ ਗਏ, ਕਿਉਂਕਿ ਉਦੋਂ ਜਾਨਾਂ ਦੀ ਪਈ ਹੋਈ ਸੀ। ਤਦ ਜਾ ਕੇ ਪਾਕਿਸਤਾਨ ਦਾ ख्वाब पूरा होया। ये बहुत कुछ गवाना पिया। लोग मुसलमान उस ਜਿਹੜੇ ਦੁਨੀਆ ਤੋਂ ਚਲੇ ਗਏ ਨੇ, ਉਹਨਾਂ ਨੇ ਆਪਣਾ ਮਾਲ ਗਵਾਇਆ, ਉਹਨਾਂ ਨੇ ਆਪਣੀਆਂ ਜਾਨਾਂ ਤੇ ਖੇਡ ਕੇ ਇਹ ਸਾਨੂੰ ਪਾਕਿਸਤਾਨ ਲੈ ਕੇ ਦਿੱਤਾ ਹੈ। ਇਹਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਤੇ ਲਓ ਜੀ ਅਜਮਲ ਭਾਈ ਮੇਰੇ ਨਾਲ ਖੜੇ ਨੇ, ਤੁਸੀਂ ਕੀ ਕਹਿਣਾ ਚਾਹੋਗੇ ਜੀ ਨਾਜ਼ਰੀਨ ਨੂੰ? ਅਜਮਲ ਭਾਈ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਜੀ, ਤੁਹਾਡੀ ਕਾਵਿਸ਼ ਜਿਹੜੀ ਹੈ ਉਹ ਮਾਸ਼ਾਅੱਲਾ ਬਹੁਤ ਅੱਛੀ ਹੈ। ਅੱਲਾਹ ਪਾਕ ਤੁਹਾਨੂੰ ਕਾਮਯਾਬ ਕਰੇ ਰੱਬੁਲ ਆਲਮੀਨ, और तुसी इस काम दे विच लंबे सफर ते अगे अगे निकलो। लो जी अजमल भाई ने सानू दुआ दी, अल्लाह पाक इन्हां दे वी तंदुरुस्ती सेहत अता फरमावे। ये अच्छे लोग ने, ये साडे भाई ने, देखो जी सानू प्रमोट दिन रात कर रहे ने।
ਅਸੀਂ ਅੱਗੇ ਤੋਂ ਅੱਗੇ ਜਾਣੇ। ਇਹਨਾਂ ਦੀਆਂ ਮੁਹੱਬਤਾਂ ਦਾ ਬੇਹੱਦ ਸ਼ੁਕਰੀਆ। ਬਹੁਤ- ਬਹੁਤ ਲਓ ਜੀ, ਅਸੀਂ ਹੁਣ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ। ਪਾਕਿਸਤਾਨ ਜ਼ਿੰਦਾਬਾਦ।